ਰਾਗ ਬਿਲਾਵਲ ਵਿੱਚ 797 ਅੰਗ ਤੇ ਲੜੀਵਾਰ ਕਥਾ ਚੱਲ ਰਹੀ ਹੈ। ਤੀਸਰੇ ਗੁਰਦੇਵ ਜਗਤ ਗੁਰੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਭੱਲਿਆਂ ਦੀ ਕੁੱਲ ਦੇ ਭੂਸ਼ਣ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ। ਰਾਗ ਬਿਲਾਵਲ ਹੈ। ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਅੰਮ੍ਰਿਤ ਬਚਨ ਹੈ। ਸਾਹਿਬ ਤੇ ਸੇਵਕ ਜਿਹੜਾ ਸੇਵਕ ਹੈ ਉਹ ਆਪਣੇ ਸਾਹਿਬ ਦੀ ਸੇਵਾ ਕਰਕੇ ਸੇਵਕ ਹੈ, ਔਰ ਉਹ ਸਾਹਿਬ ਕਰਕੇ ਹੀ ਸੇਵਕ ਹੈ। ਜੇ ਸਾਹਿਬ ਹੈ ਤਾਂ ਸੇਵਕ ਹੈ। ਸੇਵਕ ਜਦੋਂ ਆਪਣੇ ਸਾਹਿਬ ਦੀ ਸੇਵਾ ਕਰਦਾ ਹੈ ਤੇ ਸਾਹਿਬ ਦੀ ਸੇਵਾ ਕਰਕੇ ਉਸ ਸੇਵਕ ਦੀ ਸੇਵਾ ਹੋਣ ਲੱਗ ਪੈਂਦੀ, ਯਾਨੀ ਕਿ ਪੂਜਾ ਹੋਣ ਲੱਗ ਪੈਂਦੀ। ਸੇਵ ਸਾਹਿਬ ਤੇ ਆਪਣੇ ਸਾਹਿਬ ਕਰਕੇ ਉਹ ਸੇਵਿਆ ਜਾਂਦਾ। ਸੇਵਕ ਸਾਹਿਬ ਨੂੰ ਸੇਵਦਾ, ਔਰ ਸਾਹਿਬ ਦੀ ਸੇਵਾ ਕਰਨੇ ਕਰਕੇ ਸਾਹਿਬ ਕਰਕੇ ਉਹ ਸੇਵਕ ਸੇਵਿਆ ਜਾਂਦਾ, ਉਹਦੀ ਪੂਜਾ ਹੁੰਦੀ। ਸਾਡਾ ਜੇ ਸੰਸਾਰ ਦੇ ਵਿੱਚ ਸਤਿਕਾਰ ਹੈ ਤਾਂ ਸਾਡੇ ਆਪਣੇ ਸਾਹਿਬ ਕਰਕੇ, ਕਲਗੀਧਰ ਕਰਕੇ ਹੈ ਕਿ ਸਾਨੂੰ ਸਰਦਾਰ ਜੀ ਕਹਿੰਦੇ। ਤੇ ਜੇ ਸਰਦਾਰੀ ਰੋਲੀ ਹੋਈ ਆ ਨਾਈਆਂ ਦੀ ਦੁਕਾਨ ਤੇ ਫਿਰ ਭਈਆ ਜੀ ਕਹਿੰਦੇ। ਕਈ ਵਾਰੀ ਸਿਆਣਨਾ ਔਖਾ ਹੋ ਜਾਂਦਾ, ਕਹਿਣਾ ਪੈ ਜਾਂਦਾ ਹਾਂਜੀ ਭਈਆ ਜੀ। ਉਹ ਅੱਗੋਂ ਕਹਿੰਦਾ ਨਹੀਂ ਜੀ ਮੈਂ ਪੰਜਾਬੀ ਹਾਂ, ਸਿੱਖਾਂ ਦਾ ਬੱਚਾ। ਕੋਈ ਕਰਤੂਤ ਤਾਂ ਦਿਸਦੀ ਨਹੀਂ ਹੈ। ਸਾਹਿਬ ਕਰਕੇ ਸੇਵਕ ਹੈ, ਔਰ ਉਸ ਸੇਵਕ ਦੀ ਆਪਣੇ ਸਾਹਿਬ ਕਰਕੇ ਪੂਜਾ ਹੈ। ਸਾਡਾ ਜੇ ਮਾਣ ਸਤਿਕਾਰ ਹੈ ਸੰਸਾਰ ਦੇ ਵਿੱਚ ਤਾਂ ਉਹ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਰਕੇ ਹੈ। ਅਸੀਂ ਉਹਨਾਂ ਦੇ ਸੇਵਕ ਹਾਂ ਤਾਂ ਸੰਸਾਰ ਦੇ ਵਿੱਚ ਸਨਮਾਨ ਹੈ, ਸਤਿਕਾਰ ਹੈ। ਪੂਰੇ ਵਿਸ਼ਵ ਭਰ ਦੇ ਵਿੱਚ ਕਿਤਨੀ ਕੁ ਗਿਣਤੀ ਹੈ ਸਾਡੀ, ਤੇ ਸਾਹਿਬ ਦੀ ਦਇਆ ਨਾਲ, ਸਤਿਗੁਰਾਂ ਦੀ ਕਿਰਪਾ ਨਾਲ ਸਾਰੇ ਸੰਸਾਰ ਦੇ ਵਿੱਚ ਜਾਣੇ ਜਾਂਦੇ ਹਨ। ਇੱਥੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਸਾਹਿਬ ਕਰਕੇ ਹੀ ਸੇਵਕ ਪੂਜਿਆ ਜਾਂਦਾ। ਕਿਆ ਕੋ ਕਹੈ ਬਹਾਨਾ, ਇੱਥੇ ਕੋਈ ਕੀ ਦਲੀਲ ਤਰਕ ਕਰੇਗਾ? ਬਹਾਨਾ ਕਹੀ ਇੱਥੇ ਕੋਈ ਕੀ ਤਰਕ ਕਰਕੇ ਕਹਿ ਸਕਦਾ? ਜਿਸ ਵੀ ਕਿਸੇ ਗੁਰਮੁਖ ਦੀ, ਕਿਸੇ ਮਹਾਂਪੁਰਸ਼ ਦੀ, ਕਿਸੇ ਮਹਾਤਮਾ ਦੀ, ਕਿਸੇ ਸਾਧੂ ਦੀ ਪੂਜਾ ਹੁੰਦੀ, ਸਤਿਕਾਰ ਹੁੰਦਾ ਤਾਂ ਉਹਦੇ ਸਾਹਿਬ ਕਰਕੇ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੈ, ਗੁਰੂ ਨਾਨਕ ਸਾਹਿਬ ਕਰਕੇ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਕਰਕੇ ਹੈ। ਉੱਥੇ ਕੋਈ ਕੀ ਤਰਕ ਕਰੇ, ਕੀ ਦਲੀਲ ਕਰੇ ਵੀ ਇਹਦੀ ਆਪਣੀ ਸੋਭਾ ਹੈ, ਇਹਦਾ ਆਪਣਾ ਜਸ ਹੈ? ਨਹੀਂ, ਉਹਦੇ ਸਾਹਿਬ ਕਰਕੇ ਹੀ ਉਸ ਦੀ ਪੂਜਾ ਹੈ, ਉਸ ਦਾ ਸਤਿਕਾਰ ਹੈ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮਹਿ ਏਕ ਸਮਾਨਾ। ਸਾਹਿਬ ਕਹਿੰਦੇ ਹੈ ਅਕਾਲ ਪੁਰਖ ਜੀ, ਤੇਰੀ ਇੱਕ ਇਹੋ ਜੀ ਖੇਡ ਬਣੀ ਹੈ ਸਾਰੀ ਰਚਨਾ ਸੰਸਾਰ, ਕਿ ਇਸ ਰਚੀ ਹੋਈ ਖੇਡ ਵਿੱਚ ਤੂੰ ਸਾਰਿਆਂ 'ਚ ਇੱਕ ਸਮਾਨ ਹੋ ਕੇ ਵਿਆਪਕ ਹੈ। ਸਭ ਮਹਿ ਏਕ ਸਮਾਨਾ।
ਸਾਰਿਆਂ ਵਿੱਚ ਇੱਕੋ ਹੀ, ਸਾਰਿਆਂ 'ਚ ਸਮਾਨ, ਇੱਕ ਸਮਾਨ ਵਿਆਪਕ ਹੈ। ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕ ਸਮਾਨ ਹੈ। ਫਰਕ ਇਹਨਾਂ, ਕਿਸੇ ਨੇ ਅੱਗੇ ਪਰਦਾ ਪਾ ਲਿਆ, ਉਹ ਪਾਪ ਕਰੀ ਜਾਂਦਾ ਹੈ, ਕੋਈ ਉਸ ਜੋਤ ਦੇ ਦਰਸ਼ਨ ਕਰਕੇ ਪਾਪਾਂ ਤੋਂ ਬਚਿਆ ਰਹਿੰਦਾ। ਮਣੀ ਉਹਨਾਂ ਸੱਪਾਂ ਕੋਲ ਵੀ ਹੁੰਦੀ ਹੈ ਜਿਹੜੇ ਕੀੜੇ ਖਾਂਦੇ ਆ ਉਸ ਮਣੀ ਦੇ ਪ੍ਰਕਾਸ਼ ਵਿੱਚ। ਉਹੀ ਮਣੀ ਇੱਕ ਐਸੇ ਸੱਪਾਂ ਕੋਲ ਵੀ ਹੁੰਦੀ ਹੈ ਜਿਹੜੇ ਉਹਦੀ ਰੋਸ਼ਨੀ ਕਰਕੇ ਪੂਰਨਮਾਸ਼ੀ ਦੀ ਰਾਤ ਨੂੰ ਉਹਦੇ ਚੋਂ ਅੰਮ੍ਰਿਤ ਸਰਬਦਾ ਤੇ ਅੰਮ੍ਰਿਤ ਪੀ ਕੇ ਜ਼ਹਿਰ ਸ਼ਾਂਤ ਕਰਦੇ। ਤੋ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਇੱਕ ਸਮਾਨ ਹੈ। ਕਿਸੇ ਵਿੱਚ ਉਸਨੇ ਮੰਦ ਕਰਮ ਇੰਨੇ ਕੀਤੇ ਨੇ, ਅੰਤਸ਼ਕਰਨ ਇਤਨਾ ਮਲੀਨ ਹੈ ਕਿ ਉਸ ਜੋਤ ਨੂੰ ਉਹ ਮੱਧਮ ਰੂਪ 'ਚ ਵੇਖਦਾ, ਕਿਤੇ ਪ੍ਰਜਵਲਿਤ ਰੂਪ ਵਿੱਚ ਹੈ। ਇਸ ਕਰਕੇ ਹੇ ਪ੍ਰਭੂ, ਤੇਰੀ ਇੱਕ ਇਹੋ ਜਿਹੀ ਅਸਚਰਜ ਖੇਡ ਹੈ ਕਿ ਤੂੰ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ। ਸਤਿਗੁਰ ਪਰਚੈ ਹਰ ਨਾਮ ਸਮਾਨਾ। ਇਹ ਸਾਹਿਬ, ਜਿਹੜੇ ਸਤਿਗੁਰੂ ਜੀ ਦੇ ਉਪਦੇਸ਼ ਵਿੱਚ ਪਰਚ ਜਾਂਦੇ ਨੇ, ਸਤਿਗੁਰ ਪਰਚਾ ਦਾ ਮਤਲਬ ਗੁਰੂ ਦੇ ਉਪਦੇਸ਼ ਵਿੱਚ ਪਰਚ ਗਏ, ਲੱਗ ਗਏ, ਉਹ ਤੁਹਾਡੇ ਨਾਮ 'ਚ ਸਮਾ ਜਾਂਦੇ ਹਨ। ਹੇ ਵਾਹਿਗੁਰੂ, ਉਹ ਤੁਹਾਡੇ ਅੰਮ੍ਰਿਤ ਨਾਮ ਦੇ ਵਿੱਚ ਸਮਾ ਕੇ ਅਭੇਦ ਹੁੰਦੇ ਹਨ। ਜਿਸ ਕਰਮ ਹੋਵੇ ਸੋ ਸਤਿਗੁਰ ਪਾਏ। ਜਿਹਦੇ ਮੱਥੇ ਤੇ ਭਾਗ ਹੋਣ, ਚੰਗੇ ਕਰਮ ਹੋਣ, ਉਹਨੂੰ ਸਤਿਗੁਰਾਂ ਦਾ ਮੇਲ ਪ੍ਰਾਪਤ ਹੁੰਦਾ ਹੈ, ਉਹਨੂੰ ਗੁਰੂ ਦਾ ਮੇਲ ਪ੍ਰਾਪਤ ਹੁੰਦਾ ਹੈ। ਆਨ ਦਿਨ ਲਾਗੈ ਸਹਿਜ ਧਿਆਨਾ। ਜਿਹਦਾ ਸਤਿਗੁਰਾਂ ਨਾਲ ਮੇਲ ਹੁੰਦਾ ਹੈ, ਰਾਤ ਦਿਨ ਉਹਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗਿਆਨ ਵਿੱਚ, ਉਹਦੀ, ਜਾਂ ਇਸ ਤਰ੍ਹਾਂ ਕਹਿ ਲਈਏ ਤੁਰਿਆ ਪਦ ਵਿੱਚ ਉਹਦਾ ਧਿਆਨ ਜੁੜ ਜਾਂਦਾ ਹੈ। ਆਨ ਦਿਨ ਰਾਤ ਦਿਨ ਲਾਗੈ ਸਹਿਜ ਧਿਆਨਾ। ਸਹਿਜ ਵਿੱਚ, ਟਿਕਾ ਦੀ ਅਵਸਥਾ ਵਿੱਚ ਉਹਨਾਂ ਦਾ ਧਿਆਨ ਲੱਗ ਜਾਂਦਾ ਹੈ, ਜੁੜ ਜਾਂਦਾ ਹੈ। ਰਹਾਉ ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਅਬਮਾਨਾ। ਇਹ ਪ੍ਰਭੂ, ਤੇਰੀ ਦਇਆ ਤੋਂ ਬਿਨਾਂ ਕੀ ਕੋਈ ਤੇਰੀ ਸੇਵਾ ਕਰ ਸਕਦਾ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੇ ਫਿਰ ਜੇ ਆਪ ਕੋਈ ਸੇਵਾ ਕਰ ਹੀ ਨਹੀਂ ਸਕਦਾ ਤੇ ਫਿਰ ਅਭਿਮਾਨ ਕਾਹਦਾ? ਜੇ ਤੂੰ ਕਰਾਵੇਂ ਤੇ ਤਾਂ ਤੇਰੀ ਸੇਵਾ ਕਰੀਦੀ ਹੈ ਨਾ। ਜੇ ਤੇਰੇ ਕਰਾਏ ਬਿਨਾ ਕੋਈ ਤੇਰੀ ਸੇਵਾ ਕਰ ਹੀ ਨਹੀਂ ਸਕਦਾ ਤੇ ਫਿਰ ਕਾਹਦਾ ਅਭਿਮਾਨ ਚੁੱਕੀ ਫਿਰਦੇ ਆ ਲੋਕ? ਮੈਂ ਆਹ ਸੇਵਾ ਕੀਤੀ, ਮੈਂ ਆਹ ਕੀਤਾ, ਮੈਂ ਉਹ ਕੀਤਾ। ਜੇ ਤੇਰੇ ਬਿਨਾ ਤੂੰ ਸਾਹ ਦਿੱਤੇ ਨੇ, ਤੂੰ ਚੇਤਨਾ ਦਿੱਤੀ ਆ ਤਾਂ ਸੇਵਾ ਕਰ ਰਿਹਾ ਨਾ। ਜੇ ਚੇਤਨਾ ਹੀ ਖਿੱਚ ਲੈਂਦਾ, ਕਿਵੇਂ ਕਰ ਲੈਂਦਾ ਸੇਵਾ ਵੀ ਤੂੰ? ਅਗਲੀ ਪੰਕਤੀ 'ਚ ਦੱਸਦੇ ਨੇ, ਜਬ ਆਪਨੇ ਜੋਤ ਖਿੰਚ ਹੈ ਤੂੰ ਸੁਆਮੀ, ਤਬ ਕੋਈ ਕਰੋ ਦੇਖਾ ਵਖਿਆਨਾ। ਬੰਦੇ ਟਾਰਾਂ ਮਾਰਦੇ ਫਿਰਦੇ ਆ, ਮੈਂ ਸੇਵਾ ਕਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਕਹਿੰਦੇ ਵੀ ਜਦੋਂ ਪ੍ਰਮਾਤਮਾ ਤੇਰੇ 'ਚੋਂ ਆਪਣੀ ਜੋਤ ਹੀ ਖਿੱਚ ਲਏ, ਫਿਰ ਕਰਕੇ ਵਿਖਾ ਵੀ ਤੂੰ ਸੇਵਾ ਕਰ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ। ਇਹ ਪੰਕਤੀ ਬੜੇ ਕਮਾਲ ਦੀ ਪੰਕਤੀਆਂ ਨੇ ਦੋਵੇਂ। ਸੇਵਾ ਕਰਨ ਵਾਲਿਆਂ ਵਾਸਤੇ ਬੜੀ ਵਧੀਆ ਜੁਗਤ ਮਹਾਰਾਜ ਜੀ ਪੇਸ਼ ਕਰਕੇ ਦੱਸ ਰਹੇ ਨੇ ਕਿ ਸੇਵਾ ਕਰਨ ਵੇਲੇ ਮਨ 'ਚ ਭਾਵਨਾ ਹੋਵੇ, ਮੇਰੇ ਸਾਹਿਬ ਨੇ ਮੇਰੇ ਕੋਲੋਂ ਕਰਾਈ, ਮੇਰੇ 'ਚ ਤਾਣ ਨਹੀਂ। ਜੇ ਉਹ ਆਪਣੀ ਜੋਤ ਖਿੱਚ ਲਵੇ, ਜੇ ਹੰਕਾਰ ਆ ਜੇ ਨਾ ਸੇਵਾ ਕਰਦੇ ਆ, ਤੇ ਆਪਣੇ ਅੰਦਰ ਆਪਣੇ ਮਨ ਨੂੰ ਕਹਿਣਾ, ਮਨਾ ਜੋ ਵਾਹਿਗੁਰੂ ਆਪਣੀ ਜੋਤ ਹੀ ਖਿੱਚ ਲੈ ਤੇਰੇ ਵਿੱਚੋਂ, ਤਬ ਕੋਈ ਕਰੋ ਦਿਖਾ ਵਖਿਆਨਾ। ਕਹਿੰਦੇ ਫਿਰ ਕੋਈ ਕਰਕੇ ਵਿਖਾਵੇ ਵੀ ਮੈਂ ਸੇਵਾ ਕੀਤੀ ਹੈ ਜਾਂ ਮੈਂ ਕਰ ਸਕਦਾ। ਜੇ ਜੋਤ ਹੀ ਖਿੱਚ ਲੈ ਤਾਂ। ਇਸ ਕਰਕੇ ਸੱਜਣਾ, ਇਹ ਗੱਲ ਯਾਦ ਰੱਖੀ ਕਿ ਸਤਿਗੁਰਾਂ ਦੀ ਸੇਵਾ ਉਹੀ ਕਰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੀ ਸੇਵਾ ਵਿੱਚ ਲਾਉਂਦੇ ਆ। ਕਿਆ ਕੋਈ ਤੇਰੀ ਸੇਵਾ ਕਰੇ? ਤੇਰੀ ਸੇਵਾ ਤੇਰੇ ਤੋਂ ਹੁੰਦੀ ਜਿਨ੍ਹਾਂ ਤੇ ਤਰਸ ਕਰਕੇ ਜਿਨ੍ਹਾਂ ਕੋਲੋਂ ਕਰਾ ਲੈਣਾ।
ਤੇ ਬੰਦਾ ਬਿਮਾਨ ਫੋਕਾ ਹੀ ਚੁੱਕੀ ਫਿਰਦਾ ਆਪਣੇ ਹਿਰਦੇ 'ਚ। ਸੇਵਕ ਬਣ ਕੇ ਸੇਵਾ ਕਰਨੀ ਬੜੀ ਔਖੀ ਘਾਟੀ ਹੈ। ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹੋ ਜੀ ਸੇਵਾ ਕਰਨੀ ਆ ਜਾਵੇ। ਸੇਵਾ ਅਸੀਂ ਸਾਰੇ ਹੀ ਕਰਦੇ ਹਾਂ ਕਿਸੇ ਨਾ ਕਿਸੇ ਪ੍ਰਕਾਰ ਨਾਲ, ਪਰ ਸੇਵਾ ਕਰਦਿਆਂ ਆਪਣਾ ਆਪਾ ਨਾ ਜਣਾਈਏ, ਇਹੋ ਜੀ ਸੇਵਾ ਕਰਨੀ ਆ ਜਾਏ ਜਿੱਥੇ ਆਪਣਾ ਆਪਾ ਨਾ ਜਣਾਇਆ ਜਾਵੇ। ਸੇਵਾ ਇਸ ਤਰੀਕੇ ਨਾਲ ਕਰੀਏ ਕਿ ਸੇਵਾ ਕਰਦਿਆਂ ਲਾਗਲੇ ਨੂੰ ਇਹ ਮਹਿਸੂਸ ਵੀ ਨਾ ਹੋਵੇ ਕਿ ਤੂੰ ਕੋਲ ਬੈਠਾ ਸੇਵਾ ਕਰ ਰਿਹਾ, ਉਹਨੂੰ ਪਤਾ ਹੀ ਨਾ ਲੱਗੇ ਤੂੰ ਸੇਵਾ ਕਰ ਰਿਹਾ। ਤੇ ਜਦੋਂ ਆਪਾ ਜਣਾਣਾ ਹੁੰਦਾ ਤੇ ਫਿਰ ਉੱਥੇ ਗੱਲਾਂ ਕਰ ਕਰਕੇ ਦੱਸਦਾ, ਮੈਂ ਫਲਾਣੀ ਥਾਂ ਤੇ ਆਹ ਕੀਤਾ ਸੀ, ਉੱਥੇ ਆਹ ਕਰਨ ਨਾਲੇ ਸੇਵਾ ਕਰਦੇ ਹੁੰਦੇ ਆ, ਨਾਲੇ ਜਿਉਂ ਇੱਧਰ ਉੱਧਰ ਦੀਆਂ ਗੱਲਾਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਬੇਫਜ਼ੂਲ ਉਹ ਗੱਲਾਂ ਕਰੀ ਜਾਂਦੇ ਆ। ਸੇਵਾ ਕਰਨ ਵੇਲੇ ਨਾਲ ਸਿਮਰਨ ਹੋਵੇਗਾ ਤਾਂ ਸੇਵਾ ਸਫਲੀ ਹੈ। ਜੇ ਸੇਵਾ ਦੇ ਨਾਲ ਆਪਣੀਆਂ ਗੱਲਾਂ ਹੀ ਕਰੀ ਜਾਣੀਆਂ ਨੇ ਹੋਰ ਜਿਨ੍ਹਾਂ ਦਾ ਕੋਈ ਬਹੁਤ ਸੇਵਾ ਦੇ ਸੰਬੰਧ 'ਚ ਕੋਈ ਬਚਨ ਹੋਵੇ, ਉਹ ਨਾਲ ਦੇ ਸਾਥੀ ਸੇਵਾਦਾਰਾਂ ਨਾਲ ਕਰ ਸਕਦੇ ਹਾਂ। ਪਰ ਜੇ ਕੋਈ ਤੁਸੀਂ ਆਪਣੀਆਂ ਦੁਕਾਨਾਂ ਦੀਆਂ ਬਾਤਾਂ ਕਰਨੀਆਂ ਨੇ, ਆਪਣੇ ਵਪਾਰ ਦੀਆਂ ਬਾਤਾਂ ਕਰਨੀਆਂ ਨੇ, ਜਾਂ ਉੱਦਾਂ ਹੀ ਬੇਫਜ਼ੂਲ ਗੱਲਾਂ ਲੋਕਾਂ ਦੀਆਂ ਕਰਨੀਆਂ ਨੇ, ਫਲਾਣਾ ਉਹ ਵੇਖੋ ਕੀ ਕਰਦਾ, ਉਹ ਵੇਖੋ ਕਿਵੇਂ ਕੀ ਕਰ ਰਿਹਾ, ਤੇ ਫਿਰ ਇਹੋ ਜੀ ਸੇਵਾ ਦੇ ਨਾਲ ਕੋਈ ਲਾਭ ਨਹੀਂ ਹੋਣ ਵਾਲਾ। ਇਹ ਤਾਂ ਉਹ ਹੋਇਆ ਵੀ ਚੱਲੇ ਲਾਭ ਨੂੰ ਸੀ ਤੇ ਨੁਕਸਾਨ ਕਰਾ ਕੇ ਚੱਲ ਪਏ। ਲੈਣਾ ਤਾਂ ਲਾਹਾ ਸੀ, ਟੋਟਾ ਖੱਟ ਕੇ ਘਰ ਨੂੰ ਚੱਲ ਗਏ, ਪੁੰਨ ਕਮਾਉਂਦੇ ਕਮਾਉਂਦੇ ਪਾਪ ਕਮਾ ਲਿਆ। ਸੇਵਾ ਕਰਨ ਵੇਲੇ ਸੁਰਤੀ ਵਿੱਚ ਸਿਮਰਤੀ ਵਿੱਚ ਸਾਹਿਬ ਦਾ ਸਿਮਰਨ ਹੋਵੇ, ਉਹ ਸੇਵਾ ਸਫਲੀ ਹੈ। ਤੇ ਸੇਵਾ ਕਰਨ ਵੇਲੇ ਆਪਾ ਨਾ ਜਣਾਈਏ ਕਿ ਮੈਂ ਕੀ ਹਾਂ, ਮੇਰੀ ਹਸਤੀ ਕੀ ਹੈ, ਆਪਾ ਨਹੀਂ ਜਣਾਣਾ। ਸਾਹਿਬ ਸਾਰਿਆਂ ਬਾਰੇ ਜਾਣਦੇ ਆ, ਕੌਣ ਕੀ ਹੈ ਤੇ ਕੌਣ ਕਿੰਨੇ ਕੁ ਪਾਣੀ ਵਿੱਚ, ਇਹ ਵੀ ਜਾਣਦੇ ਆ। ਤੇਰੇ ਜੰਮਣ ਤੋਂ ਪਹਿਲਾਂ ਤੂੰ ਕੀ ਸੀ, ਸਾਹਿਬ ਤਾਂ ਉਹ ਵੀ ਜਾਣਦੇ ਆ, ਤੇ ਮਰਨ ਤੋਂ ਬਾਅਦ ਤੂੰ ਕੀ ਹੋ ਜਾਣਾ, ਸਾਹਿਬ ਉਹ ਵੀ ਜਾਣਦੇ ਆ। ਇਸ ਕਰਕੇ ਬੋਲ ਕੇ ਦੱਸਣ ਦੀ ਲੋੜ ਹੀ ਨਹੀਂ। ਜਿਸ ਸਾਹਿਬ ਦੀ ਸੇਵਾ ਕਰ ਰਿਹਾ ਉਸ ਨੂੰ ਸਮਰਪਿਤ ਹੋ ਕੇ ਬੜਾ ਵੱਡਾ ਦੁੱਖ ਆਹਤ ਹੁੰਦਾ ਹਿਰਦੇ ਵਿੱਚ, ਜਦੋਂ ਗੁਰੂ ਘਰਾਂ ਦੇ ਵਿੱਚ ਸੇਵਾ ਦੇ ਨਾਂ ਦੇ ਉੱਤੇ ਲੋਕ ਝਗੜੇ ਕਰਦੇ, ਵੀ ਵੰਡੀਆਂ ਪਾਈਆਂ ਹੋਈਆਂ ਇਹ ਮੈਂ ਹੀ ਕਰਨੀ। ਸੇਵਾ ਦੇ ਨਾਂ ਦੇ ਉੱਤੇ ਕਾਹਦੇ ਝਗੜੇ ਭਾਈ? ਜਿੱਥੇ ਸੇਵਾ ਦੇ ਨਾਂ ਦੇ ਉੱਤੇ ਝਗੜਾ ਹੋਵੇ, ਇਹਦਾ ਮਤਲਬ ਉਹ ਬੰਦਾ ਆਪਣਾ ਆਪਾ ਜਣਾਉਣਾ ਚਾਹੁੰਦਾ, ਆਪਣੀ ਮੈਂ ਨੂੰ ਪੱਠੇ ਪਾਣਾ ਚਾਹੁੰਦਾ। ਸੇਵਾ ਤਾਂ ਝਗੜੇ ਮੁਕਾਉਂਦੀ ਹੈ, ਸੇਵਾ ਕੀਤਿਆਂ ਤਾਂ ਝਗੜੇ ਮੁੱਕਦੇ ਹੈ। ਸਤਿਗੁਰੂ ਜੀ ਝਗੜ ਨਿਬੇੜਦੇ ਨੇ, ਤੇ ਜਿਹੜੇ ਗੁਰੂ ਪਾਤਸ਼ਾਹ ਦੇ ਹਜ਼ੂਰ ਆ ਕੇ ਸੇਵਾ ਦੇ ਨਾਂ ਤੇ ਉੱਤੇ ਝਗੜਾ ਕਰਨ, ਉਹਨਾਂ ਦੇ ਘਰਾਂ ਵਿੱਚੋਂ ਕਦੇ ਝਗੜੇ ਨਹੀਂ ਮੁੱਕ ਸਕਦੇ। ਇਹ ਗੱਲ ਦਾਅਵੇ ਨਾਲ ਕਹਿੰਦੇ ਆ। ਉਹਨਾਂ ਦੇ ਆਪਣੇ ਘਰਾਂ ਵਿੱਚੋਂ ਕਲਾ ਕਲੇਸ਼ ਨਹੀਂ ਮੁੱਕਣੀ। ਇਸ ਕਰਕੇ ਸੁਚੇਤ ਹੋਈਏ, ਸਾਵਧਾਨ ਹੋਈਏ। ਗੁਰੂ ਘਰਾਂ ਦੇ ਪ੍ਰਬੰਧ ਨੂੰ ਲੈ ਕਰਕੇ ਕਈ ਪ੍ਰਬੰਧਕ ਵੀਰ ਹੀ ਆਪਸ 'ਚ ਲੜੀ ਜਾਂਦੇ, ਮੈਂ ਪ੍ਰਧਾਨ ਬਣਨਾ, ਦੂਜਾ ਕਹਿੰਦਾ ਮੈਂ ਖਜ਼ਾਨਚੀ ਬਣਨਾ। ਕੋਟਾਂ ਕਚਹਿਰੀਆਂ ਤੱਕ ਕੇਸ ਚਲੇ ਜਾਂਦੇ ਗੁਰੂ ਘਰਾਂ ਦੀ ਸੇਵਾ ਵਾਸਤੇ। ਬਈ ਇਹਦਾ ਮਤਲਬ ਹੈ ਕੁਝ ਦਾਲ 'ਚ ਕਾਲਾ ਕਾਲਾ। ਜਿੱਥੇ ਘਰ ਫੂਕ ਕੇ ਜਗ ਤਮਾਸ਼ਾ ਵੇਖਿਆ ਜੇ, ਉੱਥੇ ਥੋੜੀ ਆਉਂਦਾ ਕੋਈ ਸੇਵਾ ਕਰਨ। ਪਤਾ ਵੀ ਇੱਥੋਂ ਕੁਝ ਨਾ ਕੁਝ ਸਿੱਧ ਹੋਣਾ। ਨਿਰਸਵਾਰਥ ਹੋ ਕੇ ਸੇਵਾ ਦਾ ਭਾਵ ਹੋਵੇ। ਸਤਿਗੁਰਾਂ ਦੇ ਹਾਂ ਭਾਈ ਤੂੰ ਕਰ ਲੈ, ਇਹ ਤਿਆਗ ਹੋਣਾ ਚਾਹੀਦਾ। ਤੂੰ ਕਰ ਲੈ ਵੀ ਸੇਵਾ। ਉੱਥੇ ਕਾਹਦੀ ਲੜਾਈ, ਉੱਥੇ ਕਾਹਦਾ ਝਗੜਾ, ਕਾਹਦਾ ਵਤੰਡਾ।
ਸਤਿਗੁਰਾਂ ਦਾ ਘਰ ਤਾਂ ਸਾਰਿਆਂ ਲਈ ਸਾਂਝਾ ਹੈ, ਸਾਰਿਆਂ ਵਾਸਤੇ ਇੱਕੋ ਜਿਹਾ। ਫਿਰ ਇਹ ਜਾ ਕੇ ਆਪਣਾ ਵੱਖਰਾ ਬਣਾ ਲੈਂਦਾ ਵੀ ਮੈਂ ਆਪਣਾ ਵੱਖਰਾ ਗੁਰਦੁਆਰਾ ਬਣਾ ਲੈਣਾ, ਉੱਥੇ ਸਿਰਫ ਮੇਰੀ ਚੱਲੂਗੀ, ਉੱਥੋਂ ਦਾ ਪ੍ਰਧਾਨ ਮੈਂ ਹੀ ਹੋਵਾਂਗਾ, ਫਿਰ ਗੋਲਕ ਵੀ ਮੈਂ ਹੀ ਖੋਲਾਂਗਾ, ਸਭ ਕੁਝ ਮੇਰੇ ਕੋਲ ਹੀ ਹੋਵੇਗਾ। ਉੱਥੋਂ ਵੰਡੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਸੰਗਤ ਵੀ ਵੰਡੀ ਜਾਂਦੀ। ਆਮ ਕੁਝ ਇਹੋ ਜਿਹੇ ਬੰਦੇ ਹੁੰਦੇ, ਉਹਨਾਂ ਪਿੱਛੇ ਸੰਗਤ ਵਿੱਚ ਵੀ ਵੰਡੀ ਪੈ ਜਾਂਦੀ ਹੈ। ਇਸ ਕਰਕੇ ਸੇਵਾ ਦਾ ਸਰੂਪ ਹੀ ਬਦਲ ਕੇ ਰੱਖ ਦਿੱਤਾ ਅੱਜ ਦਾ ਸਾਡਾ ਜਿਹੜਾ ਵਰਤਮਾਨ ਦਾ ਸਮਾਂ ਚੱਲ ਰਿਹਾ ਹੈ। ਸਾਹਿਬ ਪਾਤਸ਼ਾਹ ਕਹਿੰਦੇ ਕੋਈ ਕੀ ਸੇਵਾ ਕਰ ਸਕਦਾ ਬਈ ਜੇ ਸਾਹਿਬ ਕਰਾਵੇ ਹੀ ਨਾ, ਜੋ ਜੋਤ ਹੀ ਖਿੱਚ ਲੈ ਅੰਦਰੋਂ, ਮੁਰਦਾ ਹੀ ਬਣਾ ਕੇ ਰੱਖ ਦੇ। ਕਦੇ ਮੁਰਦੇ ਨੂੰ ਵੇਖਿਆ ਸੇਵਾ ਕਰਦੇ? ਕਹਿੰਦੇ ਜੇ ਤੂੰ ਮੁਰਦਾ ਹੋ ਕੇ ਵੀ ਮਰ ਗਿਆ, ਤੇਰੇ ਸਰੀਰ ਚੋਂ ਪ੍ਰਾਣ ਨਿਕਲ ਗਏ ਨੇ, ਫਿਰ ਤੂੰ ਕਰਕੇ ਵਿਖਾ ਸੇਵਾ, ਫਿਰ ਤੂੰ ਬਣ ਕੇ ਵਿਖਾ ਪ੍ਰਧਾਨ ਖਜ਼ਾਨਚੀ, ਫਿਰ ਤਾਂ ਮੰਨੀਏ ਵੀ ਹਾਂ ਤੂੰ ਸੇਵਾ ਕਰਦਾ। ਕਹਿੰਦੇ ਜੇ ਉਹਦੀ ਜੋਤ ਤੋਂ ਬਿਨਾਂ ਕਰ ਹੀ ਨਹੀਂ ਸਕਦਾ ਤੇ ਫਿਰ ਕਾਹਦਾ ਬਮਾਨ ਫੋਕਾ ਚੁੱਕੀ ਬੈਠਾ ਹਿਰਦੇ 'ਚ, ਕਾਹਦਾ ਹੰਕਾਰ ਤੂੰ ਆਪਣੇ ਹਿਰਦੇ 'ਚ ਚੁੱਕੀ ਬੈਠਾ, ਝੂਠਾ ਗੁਮਾਨ। ਹਾਂਜੀ, ਆਪੇ ਗੁਰ ਚੇਲਾ ਹੈ, ਆਪੇ ਗੁਣੀ ਨਿਧਾਨਾ। ਮੇਰੇ ਸਤਿਗੁਰੂ ਜੀ ਆਪ ਹੀ ਗੁਰੂ ਨੇ ਤੇ ਆਪ ਹੀ ਚੇਲੇ ਵੀ ਬਣਦੇ, ਆਪਣਾ ਚੇਲਾ ਵੀ ਆਪ ਹੀ ਬਣਦੇ, ਕਿਉਂਕਿ ਜਿਹੜੀ ਜੋਤ ਮਹਾਰਾਜ ਜੀ ਵਿੱਚ ਵਿਦਤ ਹੈ ਉਹਦੇ ਚੇਲੇ ਵਿੱਚ ਵੀ ਵਿਦਤ ਹੈ। ਆਪੇ ਗੁਰੂ ਹੈ, ਆਪੇ ਹੀ ਚੇਲਾ ਹੈ। ਮੇਰੇ ਸਾਹਿਬ ਗੁਣਾਂ ਦੇ ਖਜ਼ਾਨੇ ਹਨ, ਆਪੇ ਗੁਣੀ ਨਿਧਾਨਾ। ਮੇਰੇ ਸਾਹਿਬ ਜੀ ਆਪ ਹੀ ਗੁਣਾਂ ਦੇ ਖਜ਼ਾਨੇ ਹਨ। ਜਿਉ ਆਪ ਚਲਾਏ ਤਿਵੈ ਕੋਈ ਚਾਲੈ, ਜਿਉ ਹਰ ਭਾਵੈ ਭਗਵਾਨਾ। ਜਿਵੇਂ ਮੇਰੇ ਸਾਹਿਬ ਆਪ ਚਲਾਉਣ ਤਿਵੇਂ ਕੋਈ ਚੱਲੇ, ਜਿਵੇਂ ਚਲਾਉਣ ਉਦਾਂ ਚੱਲੀਏ, ਆਪਣੀਆਂ ਮਰਜ਼ੀਆਂ ਨਾ ਕਰੀਏ। ਜਿਉ ਹਰ ਭਾਵੈ ਭਗਵਾਨਾ, ਉਹ ਕਰੀਏ ਜਿਵੇਂ ਹਰੀ ਨੂੰ ਭਾਵੇ। ਹਾਂਜੀ, ਕਹਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮ। ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਫਰਮਾਉਂਦੇ ਨੇ, ਤੂੰ ਸੱਚਾ ਸਾਹਿਬ ਹੈ। ਹੇ ਪ੍ਰਭੂ, ਕੌਣ ਹੈ ਐਸਾ ਜਿਹੜਾ ਤੇਰੇ ਕੰਮ ਜਾਣ ਸਕੇ? ਤੇਰੇ ਜਿਤਨੇ ਕਾਰਿਆ ਹਨ, ਇਸ ਕਾਰਜ ਨੂੰ ਵੀ ਨਹੀਂ ਜਾਣ ਸਕਦੇ, ਤੈਨੂੰ ਜਾਣਨਾ ਤਾਂ ਪਰੇ ਦੀ ਖੇਡ ਹੈ। ਹਾਂਜੀ, ਇਕ ਨਾ ਕਰਮ ਹੈ ਦੇ ਵਡਿਆਏ, ਇਕ ਭਰਮ ਭਵ ਹੈ ਅਭਮਾਨਾ। ਇਕਨਾਂ ਨੂੰ ਆਪਣੇ ਨਿਜ ਘਰ ਦੀ ਵਡਿਆਈ ਦੇ ਦਿੰਦਾ ਵਾਹਿਗੁਰੂ ਕੇ ਚੱਲ ਤੂੰ ਆਪਣੇ ਆਤਮਿਕ ਆਨੰਦ ਵਿੱਚ ਰਸ ਮਾਣ, ਤੇ ਇੱਕ ਭਰਮ 'ਚ ਹੀ ਭਟਕਦੇ ਫਿਰਦੇ, ਉਹ ਵੀ ਉਹਦੇ ਹੀ ਭਟਕਾਏ ਹੋਏ ਨੇ। ਹਾਂਜੀ, ਬਿਲਾਵਲ ਮਹੱਲਾ ਤੀਜਾ। ਰਾਗ ਬਿਲਾਵਲ 'ਚ ਤੀਸਰੇ ਪਾਤਸ਼ਾਹ ਉਚਾਰਦੇ ਹਨ, ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ। ਇਹ ਪੂਰੇ ਦਾ ਬਣਾਇਆ ਥਾਟ ਹੈ ਸਾਰਾ ਸੰਸਾਰ, ਪੂਰਾ ਹੀ ਹੈ ਵੀ, ਪੂਰੇ ਦਾ ਬਣਾਇਆ ਪੂਰਾ, ਔਰ ਇੱਕ ਪੂਰਨ ਹੀ ਹੈ ਜਿਹੜਾ ਸਾਰਿਆਂ ਵਿੱਚ ਇੱਕ ਸਮਾਨ ਹੋ ਕੇ ਵਿਆਪਕ ਹੈ। ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਏ, ਮਤ ਕੋ ਧਰੋ ਗੁਮਾਨਾ। ਇਸ ਪਰਪੰਚ ਵਿੱਚ ਕੇਵਲ ਤਾਂ ਕੇਵਲ ਨਿਰੰਕਾਰ ਦੇ ਸੱਚੇ ਨਾਮ ਦੀ ਵਡਿਆਈ ਹੈ। ਇਸ ਕਰਕੇ ਹੈ ਭਾਈ, ਮਤਾ ਕੋਈ ਆਪਣੇ ਮਨ 'ਚ ਝੂਠਾ ਗੁਮਾਨ ਚੁੱਕੀ ਫਿਰੋ ਵੀ ਮੇਰੀ ਸਿਫਤ ਹੋ ਰਹੀ ਹੈ। ਕਹਿੰਦੇ ਸੰਸਾਰ ਵਿੱਚ ਕੇਵਲ ਤਾਂ ਕੇਵਲ ਇੱਕ ਨਿਰੰਕਾਰ ਪਰਮੇਸ਼ਰ ਦੇ ਸੱਚੇ ਨਾਮ ਦੀ ਵਡਿਆਈ ਹੈ। ਸਤਿਗੁਰ ਕੇ ਜਿਸਨੋ ਮਤ ਆਵੈ, ਸੋ ਸਤਿਗੁਰ ਮਾਹੇ ਸਮਾਨਾ। ਆਪਾਂ ਰੋਜ਼ ਆ ਕੇ ਸਤਿਗੁਰਾਂ ਨੂੰ ਮਿਲਦੇ ਆਂ, ਪਰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਤਿਗੁਰਾਂ ਨੂੰ ਮਿਲਦੇ ਕਿਹੜੇ ਨੇ? ਸਰੀਰ ਕਰਕੇ ਤੇ ਆਪਾਂ ਮਿਲਦੇ ਆਂ, ਪਰ ਸਾਹਿਬ ਕਹਿੰਦੇ ਅਸਲ ਵਿੱਚ ਕਿਹੜੇ ਮਿਲਦੇ ਨੇ ਸਤਿਗੁਰਾਂ ਨੂੰ? ਜਿਨ੍ਹਾਂ ਨੂੰ ਸਤਿਗੁਰਾਂ ਦੀ ਬਖਸ਼ੀ ਹੋਈ ਮੱਤ ਆ ਜਾਂਦੀ ਹੈ। ਮੱਤ
ਸਤਿਗੁਰ ਕੀ ਜਿਸਨੋ ਮਤ ਆਵੈ, ਜਿਨ੍ਹਾਂ ਨੂੰ ਸਤਿਗੁਰਾਂ ਦੀ ਮੱਤ ਆ ਜਾਂਦੀ ਹੈ, ਸੋ ਸਤਿਗੁਰ ਮਾਹੇ ਸਮਾਨਾ, ਉਹ ਸਤਿਗੁਰਾਂ ਵਿੱਚ ਸਮਾ ਜਾਂਦੇ ਨੇ, ਉਹੀ ਸਤਿਗੁਰਾਂ ਵਿੱਚ ਮਿਲ ਕੇ ਅਭੇਦ ਹੁੰਦੇ ਹਨ। ਇਹ ਬਾਣੀ ਜੋ ਜਿਹੋ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਇਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਜਿਹੜੇ ਆਪਣੇ ਜੀੜੇ ਵਿੱਚ ਹਿਰਦੇ 'ਚ ਜਾਣਦੇ ਨੇ, ਉਹਨਾਂ ਦੇ ਹਿਰਦੇ ਵਿੱਚ ਰਾਮ ਦਾ ਨਾਮ, ਹਰੀ ਦਾ ਨਾਮ ਵਸ ਜਾਂਦਾ ਹੈ, ਨਿਰੰਕਾਰ ਦਾ ਨਾਮ ਵਸ ਜਾਂਦਾ ਹੈ। ਰਹਾਉ ਚਾਹੋ ਜੁਗਾਂ ਕਾ ਹੁਣ ਨਵੇੜਾ, ਨਾਰ ਮਨੁੱਖਾ ਨੋ ਏਕ ਨਿਧਾਨਾ। ਲੋਕ ਕਹਿੰਦੇ ਆ ਕਲਯੁਗ ਆ, ਕਲਯੁਗ ਆ। ਮਹਾਰਾਜ ਕਹਿੰਦੇ ਤਾਂ ਯੋਗੀ ਬੜਾ ਵਧੀਆ, ਨਵੇੜੇ ਦਾ ਯੁੱਗ ਹੈ। ਚੌ ਯੁੱਗਾਂ ਦਾ ਹੁਣ ਨਵੇੜਾ, ਆ ਕਲਯੁਗ ਨਵੇੜੇ ਦਾ ਯੁੱਗ ਹੈ। ਜਿਹੜੇ ਸਤਯੁਗ 'ਚ ਨਹੀਂ ਮੁਕਤ ਹੋਏ, ਉਹ ਤ੍ਰੇਤੇ 'ਚ ਭਟਕਦੇ ਰਹੇ, ਤ੍ਰੇਤੇ 'ਚ ਨਹੀਂ ਮੁਕਤ ਹੋਏ, ਦੁਆਪਰ 'ਚ ਭਟਕਦੇ ਰਹੇ। ਕਹਿੰਦੇ ਕਲਯੁਗ ਆ ਗਿਆ ਹੁਣ ਤਾਂ, ਹੁਣ ਇਹ ਨਵੇੜੇ ਦਾ ਯੁੱਗ ਹੈ। ਜੇ ਹੁਣ ਨਵੇੜੇ 'ਚ ਆ ਗਏ ਤਾਂ ਠੀਕ, ਨਹੀਂ ਤਾਂ ਫੇਰ ਅੱਗੇ ਯੁੱਗਾਂ ਵਿੱਚ ਭਰਮਣਾ ਸ਼ੁਰੂ ਹੋ ਜਾਣਾ। ਇਹ ਤਾਂ ਕਹਿੰਦੇ ਉਡੀਕਦਿਆਂ ਨਵੇੜੇ ਦਾ ਯੁੱਗ ਆ ਗਿਆ। ਨਰ ਮਨੁੱਖਾ ਮਤਲਬ ਇਸਤਰੀਆਂ, ਪੁਰਸ਼ ਔਰ ਇਸਤਰੀਆਂ ਸਾਰਿਆਂ ਨੂੰ ਇੱਕੋ ਖਜ਼ਾਨਾ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਨੇ ਦੇ ਦਿੱਤਾ ਨਾਮ ਦਾ। ਇਹ ਨਹੀਂ ਕਿ ਪੁਰਸ਼ਾਂ ਨੂੰ ਕਿਹਾ ਤੁਸੀਂ ਵਾਹਿਗੁਰੂ ਜਪੋ ਤੇ ਇਸਤਰੀਆਂ ਨੂੰ ਕੁਝ ਹੋਰ ਕਿਹਾ। ਜਿਹੜਾ ਨਾਮ ਪੁਰਖਾਂ ਨੂੰ ਦਿੱਤਾ ਗੁਰੂ ਨਾਨਕ ਸਾਹਿਬ ਨੇ, ਉਹ ਇਸਤਰੀਆਂ ਨੂੰ ਵੀ ਦਿੱਤਾ। ਭਾਈ ਤੁਸੀਂ ਵੀ ਵਾਹਿਗੁਰੂ ਜਪੋ। ਸਾਰਿਆਂ ਲਈ ਇੱਕੋ ਖਜ਼ਾਨਾ ਮਹਾਰਾਜ ਜੀ ਨੇ ਬਖਸ਼ ਦਿੱਤਾ ਹੈ। ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮ ਹੈ ਕੀਰਤ ਹਰ ਨਾਮਾ। ਜਤ ਸੰਜਮ ਤੀਰਥਾਂ ਦਾ ਭਰਮਣ ਕਰਨਾ ਇਹ ਉਹਨਾਂ ਯੁੱਗਾਂ ਦੇ ਧਰਮ ਸੀ। ਕਹਿੰਦੇ ਕਲਯੁਗ ਵਿੱਚ ਕੇਵਲ ਇੱਕੋ ਧਰਮ ਹੈ, ਇੱਕੋ ਕਰਮ ਹੈ, ਔਰ ਉਹ ਹੈ ਹਰੀ ਅਕਾਲ ਪੁਰਖ ਦਾ ਅੰਮ੍ਰਿਤ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਵੈ, ਜਿਹੜਾ ਜਪੇਗਾ ਉਹ ਮੁਕਤ ਹੋਵੇਗਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ। ਵੇਦਾਂ ਤੇ ਪੁਰਾਣਾਂ ਨੂੰ ਘੋਖ ਕੇ ਵੇਖ ਲੋ, ਹਰ ਯੁੱਗ ਦਾ ਆਪਣਾ ਧਰਮ ਹੈ। ਇਸੇ ਤਰ੍ਹਾਂ ਕਲਯੁਗ ਦਾ ਧਰਮ ਹੈ ਨਾਮ ਜਪਣਾ, ਨਾਮ ਦੀ ਕਮਾਈ ਕਰਨੀ। ਗੁਰਮੁਖ ਜਿਨੇ ਧਿਆਇਆ ਹਰ ਹਰ, ਜਗ ਤੇ ਪੂਰੇ ਪਰਵਾਨਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਆ, ਜਿਹੜੇ ਗੁਰੂ ਦੇ ਮੁਖ ਦੁਆਰਾ ਨਾਮ ਦੀ ਪ੍ਰਾਪਤੀ ਕਰਕੇ ਨਾਮ ਜਪਦੇ ਨੇ, ਉਹ ਇਸ ਜਗ ਦੇ ਵਿੱਚ ਪੂਰਨ ਹੋ ਕੇ ਪ੍ਰਵਾਨ ਹੋ ਜਾਂਦੇ ਹਨ। ਹਾਂਜੀ। ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੂਕੈ ਮਨ ਅਭਮਾਨਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ, ਜਿਹੜੇ ਸੱਚੇ ਨਾਲ ਆਪਣੀ ਪ੍ਰੀਤ ਲਾਉਂਦੇ ਆ, ਸੱਚੇ ਨਾਲ, ਉਹਨਾਂ ਦੇ ਮਨ ਚੋਂ ਅਭਿਮਾਨ ਚੁੱਕ ਜਾਂਦਾ। ਉਹ ਕਹਿੰਦੇ ਅਭਿਮਾਨ ਕਾਹਦਾ ਕਰਨਾ, ਸਾਡੇ ਕੋਲ ਹੈ ਹੀ ਕੀ ਹੈ, ਸਾਡੇ ਕੋਲ ਸਾਡਾ ਹੈ ਹੀ ਕੀ ਜਿਹਦਾ ਅਭਿਮਾਨ ਕਰੀਏ। ਸਭ ਕੁਝ ਤਾਂ ਸਾਹਿਬ ਦਾ ਹੈ, ਸਭ ਕੁਝ ਤਾਂ ਮਾਲਕ ਦਾ ਹੈ। ਅਸੀਂ ਤਾਂ ਇਹ ਮਾਣ ਕਰ ਸਕਦੇ ਹਾਂ ਵੀ ਸਾਡੇ ਸਾਹਿਬ ਦਾ ਹੈ, ਸਾਹਿਬ ਤੇ ਤਾਂ ਮਾਣ ਕਰ ਸਕਦੇ ਆ ਵੀ ਮੇਰੇ ਸਾਹਿਬ ਦਾ ਹੈ, ਪਰ ਇਹ ਤਾਂ ਨਹੀਂ ਨਾ ਮਾਣ ਕਰ ਸਕਦੇ ਵੀ ਮੇਰਾ ਹੈ, ਮੇਰਾ ਤਾਂ ਹੈ ਹੀ ਨਹੀਂ। ਇਸ ਕਰਕੇ ਸਾਡੀ ਸੱਚੇ ਨਾਲ ਪ੍ਰੀਤ ਲਾ ਕੇ ਮਨ ਚੋਂ ਇਹ ਅਭਿਮਾਨ ਚੁੱਕ ਗਿਆ, ਦੂਰ ਹੋ ਗਿਆ। ਕਹਤ ਸੁਣਤ ਸਭੇ ਸੁਖ ਪਾਵਹਿ, ਮਾਨਤ ਪਾਹੇ ਨਿਧਾਨਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਜਿਹੜੇ ਰਸਨਾ ਤੋਂ ਕਹਿੰਦੇ ਹਨ ਵਾਹਿਗੁਰੂ, ਜਾਂ ਫਿਰ ਕੰਨਾਂ ਨਾਲ ਸੁਣਦੇ ਨੇ ਵਾਹਿਗੁਰੂ, ਉਹਨਾਂ ਨੂੰ ਸੁਖ ਪ੍ਰਾਪਤ ਹੋ ਜਾਂਦਾ। ਸੁਖ ਪਾਵੈ ਹੈ, ਉਹ ਸੁਖ ਪਾਉਂਦੇ ਆ। ਮਾਨਤ ਪਾਹੇ, ਜਿਹੜੇ ਹਿਰਦੇ 'ਚ ਮੰਨਦੇ ਨੇ ਵਾਹਿਗੁਰੂ ਨੂੰ ਕਿ ਹੀ ਮੁਕਤੀ ਦਾਤਾ ਹੈ, ਸੁਖ ਦਾਤਾ ਹੈ, ਤੇ ਕਹਿੰਦੇ ਮੰਨਣ ਵਾਲਿਆਂ ਨੂੰ ਨਿਧਾਨਾ, ਪਰਮੇਸ਼ਰ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਨਿਧੀਆਂ ਦੇ ਖਜ਼ਾਨੇ।
ਸੁਣਨ ਵਾਲੇ ਤੇ ਕਹਿਣ ਵਾਲੇ ਸੁਖੀ ਹੋ ਜਾਂਦੇ ਨੇ, ਔਰ ਜਿਹੜੇ ਮੰਨਦੇ ਨੇ ਉਹਨਾਂ ਨੂੰ 9 ਨਿਧਾਂ ਦੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।